ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਜੇਲ੍ਹ ਸੁਪਰਡੈਂਟ ਦਾ ਜੋ ਪਿੱਛੇ ਜਿਹੇ ਪੇਪਰ ਹੋ ਕੇ ਹਟਿਆ ਉਹਦੇ ਵਿੱਚ ਜੋ ਕੰਪਿਊਟਰ ਦੇ ਨਾਲ ਸੰਬੰਧਿਤ ਕੁਐਸਚਨਸ ਪੁੱਛੇ ਸੀ ਉਹਦੇ ਉੱਤੇ ਚਰਚਾ ਕਰਾਂਗੇ ਅਤੇ ਉਹ ਕੁਐਸਚਨਸ ਨੇ ਜਿਹੜੇ ਆਪਾਂ ਦਰਸਾਵਾਂਗੇ, ਕਿਉਂਕਿ ਪੇਪਰ ਫਰਦਰ ਜੋ ਵੀ ਅੱਗੇ ਆਉਣ ਵਾਲੇ ਨੇ ਤਾਂ ਕੰਪਿਊਟਰ ਹੈ ਜਿਹੜਾ ਉਹ ਇੱਕ ਦਾਇਰੇ ਦੇ ਵਿੱਚ ਹੀ ਘੁੰਮਦਾ ਰਹਿੰਦਾ ਅਤੇ ਬਹੁਤੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ। ਠੀਕ ਹੈ, ਤਾਂ ਮੇਰਾ ਜਿਹੜਾ ਤਰੀਕਾ ਹੈ ਉਹ ਮਤਲਬ ਰਿਵੀਜ਼ਨ ਕਰਾਉਣ ਦਾ ਵੱਧ ਤੋਂ ਵੱਧ। ਸੋ ਵੀਡੀਓ ਨੂੰ ਧਿਆਨ ਨਾਲ ਸੁਣਿਓ ਅਤੇ ਜੇ ਕੋਈ ਕੁਐਸਚਨਸ ਨੇ ਜਿਹੜੇ ਤੁਸੀਂ ਨੋਟਸ ਤਿਆਰ ਕਰ ਰਹੇ ਹੋ ਆਪਦੀ ਕਾਪੀ 'ਤੇ ਲਿਖ ਲਿਓ। ਅਤੇ ਜਿਨ੍ਹਾਂ ਬੱਚਿਆਂ ਨੇ ਪ੍ਰੈਪਰੇਸ਼ਨ ਕੀਤੀ ਹੋਈ ਆ ਉਹ ਸਿਰਫ ਇਹਨੂੰ ਮੌਕ ਟੈਸਟ ਵਜੋਂ ਲੈਣਗੇ। ਠੀਕ ਹੈ ਜੀ, ਤਾਂ ਜਿਨ੍ਹਾਂ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਸ਼ੇਅਰ ਕਰਿਓ ਅਤੇ ਤੁਹਾਡਾ ਵਿਊ ਪੁਆਇੰਟ ਆ ਜਿਹੜਾ ਉਹ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ। ਕਮੈਂਟ ਕਰਨਾ ਨਾ ਭੁੱਲਿਓ। ਚੱਲਦੇ ਹਾਂ ਪਹਿਲੇ ਕੁਐਸਚਨ ਵੱਲ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਟਰੂ ਅਬਾਊਟ ਜੀਓ ਫੈਂਸ। ਕਹਿੰਦਾ ਇਹਨਾਂ ਵਿੱਚੋਂ ਦੱਸੋ ਕਿਹੜੀ ਲਾਈਨ ਹੈ ਜਿਹੜੀ ਜੀਓ ਫੈਂਸ ਦੇ ਬਾਰੇ ਸਹੀ ਨਹੀਂ ਹੈਗੀ। ਠੀਕ ਹੈ ਜੀ, ਤਾਂ ਆਪਾਂ ਡਿਸਕਸ਼ਨ ਕਰਦੇ ਹਾਂ। ਜੀਓ ਫੈਂਸ ਇਜ਼ ਆ ਵਿਰਚੁਅਲ ਪੈਰਾਮੀਟਰ ਅਰਾਊਂਡ ਪਾਇਆ ਹੋਇਆ ਜਿੱਥੇ ਅਰਾਊਂਡ ਫਿਜ਼ੀਕਲ ਲੋਕੇਸ਼ਨ। ਨਹੀਂ ਜੀ, ਇਹ ਗੱਲ ਤਾਂ ਬਿਲਕੁਲ ਸਹੀ ਹੈ। ਇਹਦਾ ਜਿਹੜਾ ਪੈਰਾਮੀਟਰ ਹੈ ਜਿਹੜਾ ਉਹ ਹੁੰਦਾ ਹੈਗਾ ਜੀਓ ਫੈਂਸ ਦੇ ਵਿੱਚ। ਠੀਕ ਹੈ ਜੀ ਗੱਲ। ਦੂਜੀ ਲਾਈਨ ਪੜ੍ਹਦੇ ਹਾਂ। ਜੀਓ ਫੈਂਸ ਇਜ਼ ਯੂਜ਼ਡ ਇਨ ਪ੍ਰੋਵਾਈਡਿੰਗ ਲੋਕੇਸ਼ਨ ਬੇਸਡ ਸਰਵਿਸ। ਲੋਕੇਸ਼ਨ ਬੇਸਡ ਸਰਵਿਸ ਹੈ ਜੀ, ਇਹ ਬਿਲਕੁਲ ਸਾਡੀ ਹੈਲਪ ਕਰਦੀ ਹੈ ਲੋਕੇਸ਼ਨ ਨੂੰ ਆਪਾਂ ਫਾਈਂਡ ਕਰਨ ਦੇ ਲਈ। ਠੀਕ ਹੈ ਜੀ, ਇਹ ਗੱਲ ਵੀ ਬਿਲਕੁਲ ਸਹੀ ਹੈ। ਜੀਓ ਫੈਂਸ ਇਜ਼ ਆ ਵਿਰਚੁਅਲ ਰੇਡੀਅਸ ਅਰਾਊਂਡ ਫਿਜ਼ੀਕਲ ਲੋਕੇਸ਼ਨ। ਤਾਂ ਇਹ ਜਿਹੜੀ ਗੱਲ ਹੈ ਜੀ ਰੇਡੀਅਸ ਨਹੀਂ ਹੁੰਦਾ, ਤਾਂ ਇਹ ਗਲਤ ਹੈ ਜੀ। ਜੀਓ ਫੈਂਸ ਐਪ ਰਿਕੁਆਇਰਜ਼ ਲੋਕੇਸ਼ਨ ਪਰਮਿਸ਼ਨ ਇਨ ਮੋਬਾਈਲ। ਬਿਲਕੁਲ ਜੀ, ਜੇ ਤੁਸੀਂ ਕਿਸੇ ਚੀਜ਼ ਦਾ ਪਤਾ ਲਗਾਉਣਾ ਹੈ ਤਾਂ ਤੁਹਾਨੂੰ ਲੋਕੇਸ਼ਨ ਹੈ ਜਿਹੜੀ ਉਹ ਫੋਨ ਦੇ ਆਪਣੇ ਫੋਨ ਦੇ ਵਿੱਚ ਮੈਪ ਹੁੰਦੇ ਨੇ। ਠੀਕ ਹੈ, ਤਾਂ ਆਪਾਂ ਉਵੇਂ ਸਮਝ ਕੇ ਚੱਲਦੇ ਹਾਂ ਇਹਨੂੰ। ਤਾਂ ਜਿਹੜਾ ਆਪਾਂ ਨੂੰ ਲੋਕੇਸ਼ਨ ਹੈ ਜਿਹੜੀ ਆਪਣੇ ਫੋਨ ਦੀ ਔਨ ਕਰਨੀ ਪੈਂਦੀ ਹੈ। ਠੀਕ ਹੈ ਜੀ, ਤਾਂ ਇਹਨੇ ਨੋਟ ਟਰੂ ਪੁੱਛਿਆ ਸੀ ਵੀ ਕਿਹੜੀ ਚੀਜ਼ ਨਹੀਂ ਸਹੀ ਹੈਗੀ, ਤਾਂ ਤੁਸੀਂ ਕਹੋਗੇ ਜੀ ਜੀਓ ਫੈਂਸ ਜਿਹੜਾ ਸੀ ਆਪਸ਼ਨ ਹੈ ਇਹ ਸਹੀ ਨਹੀਂ ਹੈਗਾ। ਤਾਂ ਆਪਣਾ ਜਿਹੜਾ ਆਨਸਰ ਆ ਗਿਆ ਸੀ ਆ ਗਿਆ। ਜੀਓ ਫੈਂਸ ਹੈ ਜਿਹੜਾ ਉਹ ਕਾਹਦੇ 'ਤੇ ਕੰਮ ਕਰਦਾ ਜੀ, GPS 'ਤੇ ਕੰਮ ਕਰਦਾ ਹੈ। ਇਹ ਤੁਸੀਂ ਧਿਆਨ ਰੱਖਣਾ ਪੇਪਰ 'ਚ। ਅੱਗੇ ਹੁਣ ਕੁਐਸਚਨ ਹੈ ਜਿਹੜਾ ਉਹ ਇਹ ਬਣਾ ਸਕਦਾ ਹੈ। ਜੀਓ ਫੈਂਸ ਹੈ ਜਿਹੜਾ ਕਿਹਤੇ ਕੰਮ ਕਰਦਾ ਜੀ, ਗਲੋਬਲ ਪੋਜੀਸ਼ਨਿੰਗ ਸਿਸਟਮ। ਗਲੋਬਲ ਪੋਜੀਸ਼ਨਿੰਗ ਸਿਸਟਮ 'ਤੇ ਕੰਮ ਕਰਦਾ। GPS ਕਹਿ ਦਿੰਦੇ ਪੇਪਰ 'ਚ। ਫੁੱਲ ਫਾਰਮਸ ਦੇ ਉੱਤੇ ਪੱਕਾ ਜੀ 2 ਤੋਂ 3 ਕੁਐਸਚਨ ਆ ਜਿਹੜੇ ਉਹ ਆਉਂਦੇ ਨੇ। ਤਾਂ ਸੋ ਪ੍ਰਪੇਅਰ ਯੂਅਰ ਸੈਲਫ। ਅਤੇ ਮੈਂ ਹੁਣ ਅੱਗੇ ਕੋਸ਼ਿਸ਼ ਕਰੂੰਗਾ ਵੀ ਸ਼ਾਰਟਕਟ ਕੀਜ਼ ਅਤੇ ਜਿੰਨੀਆਂ ਵੀ ਤੁਹਾਡੀਆਂ ਫੁੱਲ ਫਾਰਮਸ ਨੇ ਉਹਦੇ ਉੱਤੇ ਇੱਕ ਵੀਡੀਓ ਬਣਾਵਾਂ। ਠੀਕ ਹੈ ਜੀ, ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਅਰੇਂਜ ਦਾ ਅਸੈਂਡਿੰਗ ਆਰਡਰ ਅਕੋਰਡਿੰਗ ਟੂ ਦੇਅਰ ਸਾਈਜ਼ਿਜ਼। ਇਹਨਾਂ ਦਾ ਜਿਹੜਾ ਸਾਈਜ਼ ਦੇ ਅਕੋਰਡਿੰਗ ਉਹਨਾਂ ਨੂੰ ਵਾਧੇ ਕਰਮ ਵੱਲ ਅਰੇਂਜ ਕਰੋ। ਠੀਕ ਹੈ ਜੀ ਗੱਲ। ਤਾਂ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਜੀ। ਦੇਖੋ KB ਪਹਿਲਾਂ ਹੁੰਦਾ, ਫਿਰ ਹੁੰਦਾ ਜੀ MB। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਆਪਾਂ ਮਤਲਬ ਜੇ ਆਪਾਂ ਕੋਈ ਗਾਣਾ ਵੀ ਡਾਊਨਲੋਡ ਕਰਦੇ ਹਾਂ, ਜਿਹੜੀ KB ਵਾਲੀ ਫਾਈਲ ਹੁੰਦੀ ਆ ਉਹ ਛੋਟੀ ਹੁੰਦੀ ਆ, ਉਹ ਛੇਤੀ ਡਾਊਨਲੋਡ ਹੋ ਜਾਂਦੀ ਹੈ। ਉਦੋਂ ਵੱਡੀ ਫਾਈਲ ਹੁੰਦੀ ਆਪਾਂ ਕਹਿੰਦੇ ਯਾਰ ਇਹ ਤਾਂ 10 MB ਦਾ ਜਾਂ 20 MB ਦਾ, ਥੋੜ੍ਹਾ ਜਿਹਾ ਟਾਈਮ ਲੱਗੂਗਾ। MB ਤੋਂ ਬਾਅਦ ਆਪਾਂ ਨੂੰ ਪਤਾ ਹੁੰਦਾ ਵੀ ਕੀ ਆਉਂਦਾ ਜੀ, GB ਆਉਂਦਾ ਹੈ। ਫਿਰ ਕੀ ਆਉਂਦਾ ਜੀ, TB ਆਉਂਦਾ। ਠੀਕ ਹੈ ਜੀ, ਹੋਰ ਵੀ ਦੱਸ ਦੇਣਾ ਤੁਹਾਨੂੰ ਮੈਂ ਜੇ ਅੱਗੇ ਵੀ ਕੁਐਸਚਨ ਕਈ ਵਾਰ ਪੁੱਛ ਲਏ। TB ਤੋਂ ਬਾਅਦ ਕੀ ਆਉਂਦਾ ਜੀ, PB ਆਉਂਦਾ। PB ਤੋਂ ਬਾਅਦ EB ਆਉਂਦਾ। ਠੀਕ ਹੈ ਜੀ, EB ਤੋਂ ਬਾਅਦ ZB ਆਉਂਦਾ। ਠੀਕ ਹੈ, ZB ਤੋਂ ਬਾਅਦ YB ਆਉਂਦਾ। ਠੀਕ ਹੈ ਜੀ, PB ਮਤਲਬ ਪੈਟਾਬਾਈਟ ਕਹਿ ਦਿੰਦੇ ਆ, EB ਨੂੰ ਐਗਜ਼ਾਬਾਈਟ ਕਹਿ ਦਿੰਦੇ ਆ, ਜੈਟਾਬਾਈਟ ਕਹਿ ਦਿੰਦੇ ਆ ਅਤੇ ਯੋਟਾਬਾਈਟ ਕਹਿ ਦਿੰਦੇ ਆ। ਠੀਕ ਹੈ ਜੀ, ਤਾਂ ਹੁਣ ਆਪਾਂ ਇਹਦਾ ਆਨਸਰ ਲਾਉਣੇ ਜੀ ਜਿੱਥੇ ਆਪਾਂ ਨੂੰ KB MB GB ਅਤੇ TB। ਤਾਂ ਜਿਹੜਾ ਸਹੀ ਆਨਸਰ ਆਊਗਾ ਸਾਡਾ B ਆਪਸ਼ਨ ਆਊਗਾ ਜਿਹਦੇ ਵਿੱਚ। ਤਾਂ ਇਹ ਆਰਡਰ ਹੈ ਜਿਹੜਾ ਉਹ ਸਹੀ ਹੈ, KB MB GB ਅਤੇ TB। ਸੋਨੂੰ ਮੈਂ ਮੈਮਰੀ ਦੇ ਨਾਲ ਸੰਬੰਧਿਤ ਥੋੜ੍ਹੀਆਂ ਜਿਹੀਆਂ ਗੱਲਾਂ ਦੱਸ ਦਿੰਦਾ ਕਿਵੇਂ ਜੀ। ਦੇਖੋ ਪੇਪਰ ਤੁਹਾਨੂੰ ਪੁੱਛ ਲੈਣ ਬਿੱਟ ਕਾਹਦੇ ਬਰਾਬਰ ਹੁੰਦੀ ਹੈ, ਤਾਂ ਤੁਸੀਂ ਕਹੋਗੇ ਜੀ 0 ਅਤੇ 1 ਨੂੰ ਕੀ ਕਿਹਾ ਜਾਂਦਾ ਜੀ, ਬਿੱਟ ਕਿਹਾ ਜਾਂਦਾ। ਅਤੇ 0 ਅਤੇ 1 ਨੂੰ ਹੋਰ ਕਿਹੜਾ ਕਿਹਾ ਜਾਂਦਾ ਜੀ, ਬਾਈਨਰੀ ਨੰਬਰ ਵੀ ਕਹਿੰਦੇ ਨੇ ਅਤੇ ਮਸ਼ੀਨ ਲੈਂਗੁਏਜ ਹੁੰਦੀ ਹੈ। ਠੀਕ ਹੈ ਜੀ ਗੱਲ। ਤਾਂ ਯਾਦ ਰੱਖਿਓ ਬਿੱਟ ਤੋਂ ਬਾਅਦ ਤੁਹਾਨੂੰ ਪੁੱਛ ਲਏ 1 ਬਾਈਟ ਕਾਹਦੇ ਬਰਾਬਰ ਹੁੰਦੀ ਹੈ। ਪੇਪਰ 'ਚ ਤੁਹਾਨੂੰ ਪੁੱਛ ਲਏ ਬਿੱਟ ਅਤੇ ਬਾਈਟ ਦੇ ਵਿੱਚ ਫਰਕ ਹੈ। 1 ਬਾਈਟ ਕਾਹਦੇ ਬਰਾਬਰ ਹੁੰਦੀ ਹੈ ਜੀ, 8 ਬਿਟਸ ਦੇ ਬਰਾਬਰ ਹੁੰਦੀ ਹੈ। ਠੀਕ ਹੈ ਜੀ, ਸੋਨੂੰ ਪੁੱਛ ਲਏ 1 ਨਿਬਲ ਦੇ ਵਿੱਚ ਕਿੰਨੀਆਂ ਬਿਟਸ ਹੁੰਦੀਆਂ ਨੇ, ਤਾਂ ਤੁਸੀਂ ਕਹੋਗੇ ਜੀ 4 ਬਿਟਸ ਹੁੰਦੀਆਂ ਨੇ। ਠੀਕ ਹੈ, 3 ਕੁਐਸਚਨ ਸਿੱਧੇ ਪੇਪਰ ਦੇ ਵਿੱਚ ਰਿਪੀਟ ਵੱਜਦੇ ਨਹੀਂ। ਹਰ ਇੱਕ ਦੂਜੇ ਪੇਪਰ ਦੇ ਵਿੱਚ ਇਹ ਦੇਖਣ ਨੂੰ ਪੱਕਾ ਕੁਐਸਚਨ ਮਿਲਦਾ। ਬੱਚੇ ਫਿਰ ਵੀ ਕਨਫਿਊਜ਼ ਹੋ ਜਾਂਦੇ ਨੇ। 1 ਬਾਈਟ ਦੇ ਵਿੱਚ 8 ਬਿਟਸ ਹੁੰਦੀਆਂ ਨੇ, 1 ਨਿਬਲ ਦੇ ਵਿੱਚ 4 ਬਿਟਸ ਹੁੰਦੀਆਂ ਨੇ। ਠੀਕ ਹੈ, 1 ਬਾਈਟ ਦੇ ਵਿੱਚ ਪੇਪਰ 'ਚ ਪੁੱਛ ਲੈਣ, 1 ਬਾਈਟ ਦੇ ਵਿੱਚ ਤੁਹਾਨੂੰ ਪੁੱਛ ਲੈਣ ਕਿ ਕਿੰਨੇ ਨਿਬਲਸ ਹੁੰਦੇ ਨੇ, ਤਾਂ ਤੁਸੀਂ ਕਹੋਗੇ ਜੀ 2 ਨਿਬਲਸ ਹੁੰਦੇ ਨੇ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜੂਗਾ ਉਹ ਆ ਜੂਗਾ B ਆਪਸ਼ਨ ਇਹਦਾ ਸਹੀ ਆਨਸਰ ਹੈ।
ਵਟ ਇਜ਼ ਦਾ ਫੁੱਲ ਫਾਰਮ ਆਫ BCC ਇਨ ਈਮੇਲ। ਇਹ क्वेश्चन बहुत ट्रिकी है जी। तो यदा जो पहला आप जवाब ले लेने वो की है जी ब्लाइंड कार्बन कॉपी। यदा जोड़ा है जी सही आंसर है। ठीक है भी ईमेल तो तुसी की समझते ईमेल की पेपर के फुल फॉर्म पूछ लेंगे ने इनू कहते हैं इलैक्ट्रॉनिक मेल कहते हैं जी, इलैक्ट्रॉनिक मेल कहते हैं। ठीक है जी फादर ऑफ ईमेल किनू कहा जाता जी पेपर च पूछ लैणगे तो रे टॉमलिनसन नू फादर ऑफ ईमेल कहा जाता है। ठीक है जी गल पेपर तुहानूं पूछ लैण फस्ट फ्री मेल किहड़ी सी तो तुसीं कहोगे जी हॉटमेल सीगी जिहड़ी ओह सारिਆਂ नालों फ्री मेल सीगी। ठीक है बस सीधा याद रखना हॉटमेल वाज फ्री मेल सीगी। ठीक है हॉटमेल जिहड़ी मतलब इन्वेंट कीती सी जां आपां बनाई सी कह दईए किहने सी जी तो तुसीं कहोगे जी सबीर भाटिया। पेपर च बच्चे ये क्वेश्चन पूछ लेंगे तो ध्यान रखियो। ठीक है जी गल ईमेल के बारे में थोड़ा रिपीट कराना इलैक्ट्रॉनिक मेल ये फुल फॉर्म है। रे टॉमलिनसन फाउंडर ने जी हॉटमेल ये पहली जी मतलब की सी फ्री मेल सी। ठीक है जी सबीर भाटिया ने की कीती सी बनाई सी। ठीक है जी जे तुसीं की करना है एक मेल नूं वख-वख बंदियां नूं जां परसनस नूं की करनी है सेंड करनी है तो उहदे वास्ते की करना है जी पेपर दे विच आया हुआ क्वेश्चन है जी तो करना पऊगा तुहानूं मेल मर्ज करना होंदा मिलाउणा। ठीक है जी गल तो याद रखियो। चलते हैं नैक्सट क्वेश्चन वाल। आर रिलेशनल डाटाबेस मैनेजमेंट पैकेज मैनेजेस डाटा इन मोर दैन वन फाइल्स एट वंस इट ऑर्गेनाइजेज दीज फाइल्स एज। तो यदा जो बच्चे सीधा सीधा आंसर तुहानूं याद रखना पऊगा तो टेबल्स इहदा सही आंसर आऊगा। ठीक है जी गल DBMS की तुहानूं पेपर च कई बार पेपर च पूछ लैणगे की है जी डाटा बेस मैनेजमेंट सिस्टम इहदी फुल फॉर्म है जी। ठीक है जी गल कई बार पेपर च पूछ लैण RDBMS की जी RDBMS दी की दसो फुल फॉर्म दसो तो DBMS दी ला के डाटाबेस मैनेजमेंट सिस्टम सिंपल उहदे नाल दी है। आर दा मतलब की है जी रिलेशनल है। ठीक है जी किवें भी क्वेश्चन है जिहड़ा तुहानूं ओह बना सकदा हैगा। ठीक है जी गल तो याद रखियो इंपॉर्टेंट है। चलते हैं नैक्सट क्वेश्चन वाल। विच ऑफ द फॉलोइंग नॉट एडवांटेज ऑफ डाटाबेस अप्रोच। कहंदा किहड़ी है जिहड़ी ओह डाटाबेस अप्रोच दी जिहड़ी मतलब एडवांटेज नहीं हैगी। ठीक है तो किहड़ा डाटाबेस का लाभ नहीं हैगा। ठीक है जी डाटा इन डाटाबेस इज़ इनकॉन्सिस्टेंट। ठीक है जी बिल्कुल जी यही ऑप्शन आऊगा साडा जिहड़ा इहदी लाभ नहीं हैगा ये। ठीक है जी गल मतलब आपां होर ऑप्शन पढ़ते हैं आपां एलिमीनेट करने का सिस्टम लाभते हैं जी। ठीक है DBMS दे विच की हुंदा जी बेसिकली डाटा नूं की करना आपां मैनेज करना हुंदा। ठीक है जी तो यह B ऑप्शन वाल झाको जी एलिमीनेशन ऑफ डाटा रिडंडेंसी। ठीक है यदा की मतलब हो गया भी जिहड़ा भी बेलोड़ा डाटा है उन्होंने खत्म कर दिंदा है बिल्कुल करदा जी यही मकसद है डाटाबेस मैनेजमेंट सिस्टम का। अबिलिटी टू एसोसीएटेड रिलेटेड डाटा बिल्कुल जी संबंधित डाटा नूं जोड़दा है जी। ठीक है जोड़ के रखने की जी योग्यता रखता समर्था रखता यह भी गल सही है। इनक्रीजड सिक्योरिटी ऑफ डाटा दी की करता जी सुरक्षा नूं वधाउंदा है बिल्कुल ये भी गल सही है। तो इन्हें नॉट एडवांटेज है क्योंकि जिहड़ा यह की है जी जिहड़ा ए ऑप्शन है वह की है जी डाटा इन डाटाबेस इज़ इनकॉन्सिस्टेंट मतलब डाटा जिहड़ा असंगत हो जाता है। ठीक है जी गल तो यह की है जी इसकी एडवांटेज नहीं हैगी इसदी नुकसान है जी। ठीक है तो इसका सही आंसर की आऊगा ए ऑप्शन आऊगा। ठीक है जी गल तो चलते हैं नैक्सट क्वेश्चन वाल। वट इज़ द परपज़ ऑफ कंट्रोल प्लस R। सो मैं कहा सी शॉर्टकट कीज़ या फुल फॉर्म ये तो पक्का ही नहीं छड्डणियां। तो मेरी कोशिश होगी मैं तुहानूं हुण 2-4 तो अज याद करा के ही जावां। कंट्रोल R पहला आपां क्वेश्चन का जवाब ले लैंदे। कंट्रोल R है जी MS वर्ड दे विच कादे वास्ते यूज़ हुंदी है। ठीक है जी गल तो यदा जिहड़ा सही आंसर आऊगा जी वो आऊगा जी राइट अलाइनस द सिलैक्टेड पैराग्राफ। ठीक है जी देखो MS वर्ड की जदों भी गल करूँगा तो ये 3 मतलब की हुंदियां नेगियां आपां कहने अलाइनमेंटा हुंदियां ने। ठीक है जी लैफ्ट अलाइनमेंट हुंदी है एक अपना खब्बा हत्थ होंदा एक अपना की हुंदा जी सज्जा हत्थ होंदा। मेरे ध्यान नाल ट्रिक बना लो एक अपना खब्बा हत्थ होंदा एक अपना सज्जा हत्थ होंदा। ठीक है जी तो MS वर्ड दे विच लैफ्ट होंदा ते राइट होंदा ते एक होर की हुंदा जी आपां विचाले भी हुंदे। ठीक है जी गल उहनूं की कहने आ विचाले वाली अलाइनमेंट। ठीक है जी गल तो एक हुंदी है जस्टिफाई। तो 4 तरह दी अलाइनमेंट्स ने जिहड़ियां ओह MS वर्ड दे विच हुंदियां ने। ठीक है जी तो रिपीट करदा मैं एक बार देखो लैफ्ट अलाइनमेंट होंदी है राइट अलाइनमेंट होंदी है। ठीक है जी एक होंदी है जस्टिफाई अलाइनमेंट। ठीक है एक सेंटर दे विच अलाइनमेंट होंदी है तो बच्चे की सोचते हैं भी जिमें लैफ्ट है जिहड़ा ओह काहदे नाल रिप्रजेंट किया जाता L नाल राइट है जिहड़ा R नाल रिप्रजेंट किया जाता J है जिहड़ा ओह जस्टिफाई नाल रिप्रजेंट किया जाता तो सेंटर दे विच बच्चे कहणगे भी C नाल रिप्रजेंट किया जाता नहीं जी जिहड़ा सेंटर अलाइनमेंट है उहदे वास्ते जिहड़ी की वरतिया जाता E वरतिया जाता। हुण इहने शॉर्टकट की बनाई हुई है जी कंट्रोल प्लस R। इहदा जिहड़ा जवाब आ गया वो की आ गया राइट अलाइनमेंट। ठीक है जे राइट अलाइनमेंट करनी है तुसीं तां कंट्रोल प्लस R करना पऊगा।
ठीक है जी। जे तुसी लैफ्ट अलाइनमेंट करनी है तो तुसी की करना है जी Ctrl+L करना है। जे तुसी Ctrl+R करोगे तो राइट अलाइनमेंट हो जूगी। जे पेपर तुहानूं पुछ ले सेंटर अलाइनमेंट वास्ते किहड़ी जिहड़ी शॉर्टकट की वरती जाती है तो तुसी कहोगे जी कंट्रोल, इत्थे देखो Ctrl+E वरती जाती है, ना कि उत्थे Ctrl+C कर दिओ। ठीक है जी, Ctrl+C ना करिओ। ठीक है जी, ध्यान रखिओ Ctrl+C काहदे वास्ते हुंदी है जी, कॉपी वास्ते हुंदी है। ठीक है जी, गल Ctrl+C है जिहड़ी ओह काहदे वास्ते हुंदी है, कॉपी करन वास्ते हुंदी है। हुण मैं तुहानूं थोड़ा जिहा होर दस देना, देखो अपणियां ना दो तरह ਦੀਆਂ कीज़ हुंदियां ने, किहड़ियां-किहड़ियां जी, एक हुंदी है जी टॉगल की, पेपर च पुछया होया क्वेश्चन है बच्चों। ठीक है जी, टॉगल की एक हुंदी है जी मॉडिफायर की, टॉगल की ते मॉडिफायर की। टॉगल की किहड़ियां हुंदियां ने ते मॉडिफायर की हुंदे ने। मॉडिफायर की दे विच तीन कीज़ आउंदियां ने जिहड़ियां मॉडिफायर की दी कैटेगरी दे विच आउंदियां ने। किहड़ियां-किहड़ियां पेपर च याद रखिओ, अल्ट, कंट्रोल ते शिफ्ट, ये सारियां की ने जी मॉडिफायर की ने। ठीक है, टॉगल की किहड़ियां ने जी नम लॉक ते कैप्स लॉक। ठीक है जी, ध्यान रखिओ ये टॉगल कीज़ ने। पेपर तुहानूं पता की कहूगा, दसो जी इन्हां विचों किहड़ी है जिहड़ी मॉडिफायर की नहीं हैगी। एक ना टॉगल की वाली चक के पा दूगा तां तिन्नां सही पा के चौथी गलत लभनी होगी, तो ध्यान रखिओ इंपॉर्टेंट है। ठीक है जी गल, तां चलदे हैं नैक्सट क्वेश्चन वाल। विच ऑफ द फॉलोइंग शॉर्टकट कीज़ यूज इन MS वर्ड टू ओपन सेव एज डायलॉग बॉक्स। देखो फिर शॉर्टकट की आ गई, तो सुपरडेंट का यह जिहड़ा हुण 3 महीने होया जी पेपर होया सीगा, ਉਹਦੇ ਵਿੱਚ ਇਹ क्वेश्चन आए हुए हैं, भावें तुसीं पेपर चक के देख सकते हो। तो बच्चों रिपीट बजणगे तो ध्यान रखियो F12 ਇਹਦਾ ਜਿਹੜਾ आना जी वो सही आंसर आना जी। थोड़ियां जिहियां शॉर्टकट कीज़ अज मैं तुहानूं 5-4 जिन्ना भी मैं मतलब मेहनत कर सकदा मैं कराऊँगा। देखो जी F12 काहदे वास्ते वरती जाती है, सेव एज डायलॉग बॉक्स वास्ते। ठीक है जी, जे तुहानूं पेपर दे विच पुछ लैण F5 काहदे वास्ते वरती जाती है, तो तुसीं कहोगे जी रीफ्रैश करने दे लई वरती जाती है F5। ठीक है, पर जे तुसीं पावर पॉइंट दे विच खड़े हो तो तुसीं कोई स्लाइडां बनाईयां ने, तो जे तुसीं वो स्लाइड शो नूं, स्लाइडां आपां छोटियां क्लासां दे विच बनाउंदे हुंदे ते फिर स्लाइड शो ला दिंदे सीगे, तां जे तुसीं स्लाइड शो स्टार्ट करना है तो पावर पॉइंट दे विच तां पेपर च की पुछूगा, स्लाइड शो नूं स्टार्ट करने लई शॉर्टकट की किहड़ी वरती जाती है, F5। ठीक है जी गल, तो यह भी गल तुसीं याद रखनी है। ठीक है, होर मैं तुहानूं दस देना, जिवें पेपर च पुछया होवे आटो सम करने वास्ते शॉर्टकट की दसो। ठीक है, आटो सम, तो तुसीं कहोगे जी Alt+इक्वल नप दोगे जदों तुसीं, तो आटो सम हो जूगा। होर रिपीट करा देना जी तुहानूं मैं, इकट्ठियां याद रखनियां ने। ठीक है, किवें देखो शिफ्ट प्लस एंटर, एक हुंदी है जी Ctrl+ एंटर। जदों पेपर च तुहानूं पुछे शिफ्ट प्लस एंटर काहदे लई मतलब यूज़ की जाती है, तो तुसीं कहोगे जी सिलैक्ट अंटायर रो, सिलैक्ट अंटायर रो। Ctrl+ एंटर काहदे लई वरती जाती है, तो तुसीं कहोगे जी सिलैक्ट अंटायर कॉलम। ठीक है जी गल, तो इन्नी गल तुसीं याद रखनी है। होर तुहानूं दस देना भी, जे देखो जी की हुंदा अपना MS Excel दे विच की हुंदा जी, MS Excel हुंदा जिहड़ा ओह की हुंदा जी स्प्रैडशीटां दा की हुंदी है कलैक्शन हुंदी है। ठीक है जी, उहदे विच मतलब की है जिहड़ियां तां खड़मे लोट ऐस लोट ने ये की हुंदियां जी कॉलम हुंदियां ने, ते जिहड़ियां लटमे लोट हुंदियां ने ओह की हुंदे ने रोज़ हुंदियां ने। ठीक है, होर दस देना क्वेश्चन की बना सकदा है, पेपर च पुछ लैण MS Excel दे विच की है जी ਜਿਹੜੀਆਂ टोटल रोज़ ਹੁੰਦੀਆਂ ਨੇ ਉਹ ਕਿੰਨੀਆਂ ਹੁੰਦੀਆਂ ਨੇ, ਤੁਸੀਂ ਕਹੋਗੇ ਜੀ 10 48 576। ठीक है, तो जे ਤੁਹਾਨੂੰ कॉलम ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ 16 384। ਇਹ ਵੀ ਬੱਚਿਆਂ ਨੂੰ ਕਈ ਵਾਰ ਆਉਂਦਾ ਹੁੰਦਾ, पेपर 'ਚ ਐਂ ਪੁੱਛ ਲੈਂਦੇ ਆ ਜਿਹੜਾ ਐਕਸਲ ਦੇ ਵਿੱਚ ਲਾਸਟ ਸੈੱਲ ਦਾ ਐਡਰੈਸ ਕੀ ਹੁੰਦਾ। ठीक है, तो बहुते बच्चे वो कन्फ्यूज़ करा आंदा। ठीक है, तो तुसीं याद रखना है XFD 10 48 576। हुण आपां एक्सल दे विच बैठे हैं, एक्सल दे बारे आपां होर की पढ़ सकते हैं। जिहड़ा एक्सल दे विच देखो जी, हुण मैं तुहानूं कहता भी F9, तो जिहड़ा F है वो पेपर च पुछ लेने किहनूं डिनोट करदा, तुसीं कहोगे जी कॉलम नूं डिनोट करदा है। कॉलम हमेशा मूहरे हुंदा ते इंग्लिश वाले अखर नाल जिहड़ा वो रिप्रजेंट किया जाता है। 9 है जिहड़ा ये की है जी रो बारे दस रहा, मतलब की है असीं किहड़े कॉलम दे विच खड़े हैं, F कॉलम दे विच खड़े हैं, तो 9वीं रो दे विच खड़े हैं। F का मतलब की है ABCDEF, मतलब F कितवें नंबर पर है, 6वें, मतलब असीं 6वें कॉलम दे विच 9वीं रो दे विच जिहड़ा वो खड़े हैं। तो इहदा जिहड़ा सही जवाब आऊगा सेव एज डायलॉग बॉक्स की जिहड़ी शॉर्टकट की है MS वर्ड दे विच F12 आ, याद रखियो। चलते हैं नैक्सट क्वेश्चन वाल।
ਡਿਊਰਿੰਗ ਪ੍ਰਿੰਟਿੰਗ ਆਫ ਡਾਕੂਮੈਂਟ ਗਟਰ ਮਾਰਜਿਨ ਇਜ਼ ਐਡਡ ਟੂ, ਤਾਂ ਇਹਦਾ ਜਿਹੜਾ ਸਹੀ ਜਵਾਬ ਆਊਗਾ ਜੀ ਉਹ ਆਊਗਾ ਬਾਈਂਡਿੰਗ ਸਾਈਡ ਆਊਗਾ। ਪੇਪਰ ਦੇ ਵਿੱਚ ਹਰ ਇੱਕ ਪੇਪਰ ਦੇ ਵਿੱਚ ਮੈਂ ਤਕਰੀਬਨ ਦੇਖਦਾ ਹੀ ਹਾਂ ਜੀ ਇਹ ਕੁਐਸਚਨ, ਠੀਕ ਹੈ। ਅਤੇ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜੀ, ਜਿਵੇਂ ਕਿ ਸ਼ਾਰਟਕਟ ਕੀ ਪੜ੍ਹ ਲੈਂਦੇ ਆਪਾਂ, ਸੋਨੂੰ ਪੇਪਰ ਦੇ ਵਿੱਚ ਪੁੱਛ ਲੈਣਗੇ। ਆਹ ਪੇਪਰ 'ਚ ਬਾਹਲਾ ਕੁਐਸਚਨ ਆਉਂਦਾ ਜੀ, ਇਨਸਰਟ ਲਾਈਨ ਬ੍ਰੇਕ, ਇਨਸਰਟ ਲਾਈਨ ਬ੍ਰੇਕ ਦੀ ਸ਼ਾਰਟਕਟ ਕੀ ਹੈ ਜਿਹੜੀ, ਤੁਸੀਂ ਉਹ ਦੱਸੋ ਜੀ। ਤਾਂ ਤੁਸੀਂ ਕਹੋਗੇ ਜੀ ਕੰਟਰੋਲ ਪਲੱਸ ਐਂਟਰ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਸੋਨੂੰ ਪੇਪਰ 'ਚ ਪੁੱਛ ਲੈਣਗੇ ਕਿ ਸਬਸਕ੍ਰਿਪਟ ਅਤੇ ਸੁਪਰਸਕ੍ਰਿਪਟ। ਪਹਿਲਾਂ ਇੱਕ ਗੱਲ ਸਮਝੋ, ਸਬਸਕ੍ਰਿਪਟ ਕੀ ਹੁੰਦਾ, ਦੇਖੋ ਜਿਵੇਂ ਆਪਾਂ ਸਾਇੰਸ ਦੇ ਵਿੱਚ ਰਿਐਕਸ਼ਨਾਂ ਕਰਦੇ ਹੁੰਦੇ ਜਦੋਂ, ਤਾਂ H2O ਇਹ ਕੀ ਹੁੰਦਾ ਸੀ, ਵਾਟਰ ਹੁੰਦਾ। ਜਿਹੜਾ ਆਹ ਵਾਲਾ 2 ਆਪਾਂ ਕੰਪਿਊਟਰ ਦੀ ਭਾਸ਼ਾ 'ਚ ਇਹਨੂੰ ਕੀ ਕਹਿੰਦੇ ਆ ਜੀ, ਆਪਾਂ ਸਬਸਕ੍ਰਿਪਟ ਕਹਿੰਦੇ ਆ। ਜਿਵੇਂ ਮੈਂ ਤੁਹਾਨੂੰ ਕਹਿ ਦਿਆਂ x⁻3, ਠੀਕ ਹੈ, ਤਾਂ ਇਹ ਕੀ ਚੀਜ਼ ਹੈ ਜੀ, ਸੁਪਰ ਸਕ੍ਰਿਪਟ ਹੈ, ਠੀਕ ਹੈ। ਪਹਿਲਾਂ ਇੰਨੀ ਗੱਲ ਕਲੀਅਰ ਹੋ ਗਈ। ਹੁਣ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲਏ ਸਬਸਕ੍ਰਿਪਟ ਵਾਸਤੇ ਜਿਹੜੀ ਸ਼ਾਰਟਕਟ ਕੀ ਹੈ ਉਹ ਕਿਹੜੀ ਹੈ, ਤਾਂ ਪੇਪਰ 'ਚ ਆਈ ਹੋਈ ਹੈ, ਠੀਕ ਹੈ ਜੀ ਗੱਲ। ਤਾਂ ਉਹ ਹੈਗੀ ਹੈ ਜੀ ਕੰਟਰੋਲ ਪਲੱਸ ਇਕੁਅਲ ਹੈ, ਠੀਕ ਹੈ ਜੀ ਗੱਲ। ਯਾਦ ਰੱਖੋਗੇ, ਇੰਪੋਰਟੈਂਟ ਹੈ, ਠੀਕ ਹੈ। ਅਤੇ ਜੇ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲਏ ਕਿ ਸੁਪਰ ਸਕ੍ਰਿਪਟ ਦੀ ਜਿਹੜੀ ਸ਼ਾਰਟਕਟ ਕੀ ਹੈ ਉਹ ਕੀ ਹੈ ਜੀ, ਤਾਂ ਤੁਸੀਂ ਯਾਦ ਰੱਖੋਗੇ ਕੰਟਰੋਲ ਪਲੱਸ ਸ਼ਿਫਟ ਪਲੱਸ, ਠੀਕ ਹੈ ਜੀ ਗੱਲ। ਕੰਟਰੋਲ ਪਲੱਸ ਸ਼ਿਫਟ ਅਤੇ ਨਾਲ ਪਲੱਸ, ਠੀਕ ਹੈ ਜੀ ਗੱਲ। ਤਾਂ ਇਹ ਕਾਹਦੇ ਵਾਸਤੇ ਹੈ ਜੀ, ਸੁਪਰ ਸਕ੍ਰਿਪਟ ਦੀ ਹੈ। ਰਿਪੀਟ ਕਰ ਦਿੰਦਾ ਜੀ, ਸਬਸਕ੍ਰਿਪਟ ਵਾਸਤੇ ਜਿਹੜੀ ਸ਼ਾਰਟਕਟ ਕੀ ਹੈ ਉਹ ਕੀ ਹੈ ਜੀ, ਕੰਟਰੋਲ ਪਲੱਸ ਇਕੁਅਲ ਹੈ। ਸੁਪਰ ਸਕ੍ਰਿਪਟ ਵਾਸਤੇ ਜਿਹੜੀ ਸ਼ਾਰਟਕਟ ਕੀ ਹੈ ਜੀ ਉਹ ਕੀ ਹੈ ਜੀ, ਕੰਟਰੋਲ ਪਲੱਸ ਸ਼ਿਫਟ ਪਲੱਸ ਪਲੱਸ, ਠੀਕ ਹੈ ਜੀ ਗੱਲ। ਤਾਂ ਯਾਦ ਰੱਖਿਓ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਸਪਰੈਡਸ਼ੀਟਸ ਆਰ ਕ੍ਰੀਏਟਡ ਇਨ ਵਿਚ ਆਫ ਦਾ ਫੋਲੋਇੰਗ ਸੋਫਟਵੇਅਰ, ਠੀਕ ਹੈ ਜੀ। ਤਾਂ ਯਾਦ ਰੱਖਿਓ ਜਿਹੜਾ MS ਵਰਡ ਹੈ ਇਹ ਤਾਂ ਮਤਲਬ ਕੀ ਹੈ ਜੀ, ਮਤਲਬ ਇੱਕ ਤਰ੍ਹਾਂ ਦਾ ਕੀ ਹੈ ਜੀ, ਰਾਈਟਿੰਗ ਵਾਸਤੇ ਕੰਮ ਆਉਂਦਾ ਜੀ ਆਪਣਾ, ਠੀਕ ਹੈ। ਤਾਂ ਇਹਦਾ ਜਿਹੜਾ ਸਹੀ ਜਵਾਬ ਆਊਗਾ ਜੀ ਉਹ ਆਊਗਾ ਲਿਬਰੇ ਆਫਿਸ ਕੈਲਕ, ਠੀਕ ਹੈ ਜੀ। ਲਿਬਰੇ ਆਫਿਸ ਕੈਲਕ ਇਹਦਾ ਜਿਹੜਾ ਆਊਗਾ ਸਹੀ ਆਨਸਰ ਆਊਗਾ, ਠੀਕ ਹੈ ਜੀ। MS ਪਾਵਰ ਪੁਆਇੰਟ ਕਾਹਦੇ ਵਾਸਤੇ ਵਰਤਿਆ ਜਾਂਦਾ, PPT ਮਤਲਬ ਪ੍ਰੈਜੈਂਟੇਸ਼ਨਸ ਬਣਾਉਣ ਵਾਸਤੇ। MS ਵਰਡ ਕੀ ਹੁੰਦਾ ਜੀ, ਦੇਖੋ MS ਵਰਡ ਦੇ ਵਿੱਚ ਆਪਾਂ ਕੀ ਕਰਦੇ ਹਾਂ ਜੀ, ਟਾਈਪਿੰਗ ਕਰਦੇ ਹਾਂ, ਠੀਕ ਹੈ। ਪਾਵਰ ਪੁਆਇੰਟ, MS ਐਕਸਲ ਅਤੇ MS ਵਰਡ, ਇਹ ਸਾਰਾ ਕਾਹਦਾ, ਇਹ ਕਿਹੜੀਆਂ ਚੀਜ਼ਾਂ ਨੇ ਜੀ, ਇਹ ਐਪਲੀਕੇਸ਼ਨ ਸੋਫਟਵੇਅਰ ਨੇ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਿਓ, ਪੇਪਰ 'ਚ ਪੁੱਛ ਸਕਦੇ ਨੇ। ਵਿਚ ਸਿੰਬਲ ਇਜ਼ ਯੂਜ਼ ਇਨ MS ਐਕਸਲ ਟੂ ਸਟਾਰਟ ਫਾਰਮੂਲਾ, ਕਹਿੰਦੇ ਇਹ ਪੇਪਰ ਦੇ ਵਿੱਚ ਮੋਲਡ ਕਰਕੇ ਕੁਐਸਚਨ ਬਣਾਈ ਰੱਖਦਾ ਜੀ ਕਿ ਕਿਹੜਾ ਜਿਹੜਾ ਮਤਲਬ ਸਿੰਬਲ ਆ ਜਿਹੜਾ ਉਹ ਹਰੇਕ ਫਾਰਮੂਲੇ ਦੇ ਵਿੱਚ ਲੱਗਦਾ, ਠੀਕ ਹੈ। ਕੋਈ ਮਤਲਬ ਐਕਸਲ ਹੈ ਜਿਹੜਾ ਉਹ ਹਰੇਕ ਜਦੋਂ ਵੀ ਐਕਸਲ ਦੇ ਵਿੱਚ ਫਾਰਮੂਲਾ ਲਾਉਂਦੇ ਹੋ ਤਾਂ ਤੁਸੀਂ ਕਿਹੜੇ ਅੱਖਰ ਦੇ ਨਾਲ ਸ਼ੁਰੂਆਤ ਕਰਦੇ ਹੋ, ਤਾਂ ਇਕੁਅਲ ਦੇ ਨਾਲ ਆ ਜਿਹੜਾ ਉਹ ਸ਼ੁਰੂਆਤ ਤੁਸੀਂ ਕਰਦੇ ਹੋ। ਐਕਸਲ ਦੇ ਵਿੱਚ ਟੋਟਲ ਰੋਜ਼ ਪੁੱਛ ਲਏ ਤਾਂ ਪੇਪਰ 'ਚ ਪੁੱਛ ਲੈਂਦੇ ਜੀ ਕਿੰਨੀਆਂ ਨੇ, 10, 48, 576 ਨੇ। ਕਾਲਮ ਪੁੱਛ ਲਏ ਤਾਂ 16, 384 ਨੇ। ਲਾਸਟ ਸੈੱਲ ਦਾ ਐਡਰੈਸ ਕੀ ਹੁੰਦਾ ਜੀ ਐਕਸਲ ਦੇ ਵਿੱਚ, XFD 10, 48, 576। ਦੇਖੋ ਬੱਚਿਓ, ਰਿਵੀਜ਼ਨ ਕਰਨਾ ਹੀ ਬੈਸਟ ਮੈਥਡ ਆ, ਮੈਂ ਹਰੇਕ ਵੀਡੀਓ ਦੇ ਵਿੱਚ ਕਹਿਣਾ, ਠੀਕ ਹੈ ਜੀ। ਤਾਂ ਧਿਆਨ ਰੱਖਿਓ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਸਪੋਜ਼ ਐਕਟਿਵ ਸੈੱਲ ਇਨ ਸਪਰੈਡਸ਼ੀਟ ਇਜ਼ J10, ਵਟ ਵਿਲ ਬੀ ਐਕਟਿਵ ਸੈੱਲ ਇਫ ਯੂ ਪ੍ਰੈਸ ਐਂਟਰ ਕੀ। ਦੇਖੋ ਪਹਿਲਾਂ ਤਾਂ ਤੁਹਾਨੂੰ ਮੈਂ ਐਕਟਿਵ ਸੈੱਲ ਬਾਰੇ ਦੱਸਦਾ। ਜਿਹੜੇ ਸੈੱਲ ਦੇ ਵਿੱਚ ਤੁਸੀਂ ਖੜੇ ਹੋ, ਮੰਨ ਲਓ ਤੁਸੀਂ ਆਹ ਸੈੱਲ ਦੇ ਵਿੱਚ ਕਲਿੱਕ ਕਰ ਰੱਖਿਆ, ਤਾਂ ਇਹ ਤੁਹਾਡਾ ਕੀ ਹੋ ਗਿਆ ਜੀ, ਐਕਟਿਵ ਸੈੱਲ ਹੈ। ਕਹਿੰਦਾ ਜੇ ਤੁਸੀਂ J10 ਦੇ ਵਿੱਚ ਖੜੇ ਹੋ ਅਤੇ ਤੁਸੀਂ ਕੀ ਕੀਤਾ ਜੀ, ਐਂਟਰ ਬਟਨ ਨੱਪਤਾ, ਠੀਕ ਹੈ ਜੀ। ਐਂਟਰ ਨੂੰ ਪ੍ਰੈਸ ਕਰਤਾ ਤਾਂ ਤੁਸੀਂ ਕਿੱਥੇ ਵਗ ਜਾਓਗੇ, ਤਾਂ ਆਪਾਂ ਓਬਵੀਅਸ ਹੈ ਜੀ ਕੀ ਕਰਾਂਗੇ, ਕਾਲਮ ਤਾਂ ਸੇਮ ਹੀ ਰਹੂਗਾ, ਰੋ ਚੇਂਜ ਕਰ ਜਾਵਾਂਗੇ, ਠੀਕ ਹੈ ਜੀ ਗੱਲ। ਤਾਂ J11 ਹੈ ਜਿਹੜਾ ਉਹ ਕੀ ਆਊਗਾ ਜੀ, ਇਹਦਾ ਸਹੀ ਆਨਸਰ ਆਊਗਾ। ਕਦੇ ਵੀ ਦੇਖ ਲਿਓ ਜੀ, J ਹੈ ਜਿਹੜਾ ਉਹ ਕਿਹਨੂੰ ਰਿਪਰੈਜ਼ੈਂਟ ਕਰਦਾ, ਕਾਲਮ ਨੂੰ ਰਿਪਰੈਜ਼ੈਂਟ ਕਰਦਾ। 11 ਜਿਹੜਾ ਉਹ ਕਿਹਨੂੰ ਰਿਪਰੈਜ਼ੈਂਟ ਕਰਦਾ ਜੀ, ਰੋ ਨੂੰ ਰਿਪਰੈਜ਼ੈਂਟ ਕਰਦਾ, ਠੀਕ ਹੈ ਜੀ। ਤਾਂ ਗੱਲ ਧਿਆਨ 'ਚ ਰੱਖਿਓ, ਠੀਕ ਹੈ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਇਜ਼ ਡਿਫਾਈਨਡ ਬਾਈ ਹੈਂਡ ਆਊਟ ਮਾਸਟਰ, ਠੀਕ ਹੈ ਜੀ। ਇਹਦਾ ਜਿਹੜਾ ਸਿੱਧਾ ਜਵਾਬ ਤੁਸੀਂ ਯਾਦ ਰੱਖਣਾ ਜੀ, ਲੇ ਆਊਟ ਆਫ ਹੈਂਡ ਆਊਟ, C ਆਪਸ਼ਨ ਇਹਦਾ ਕੀ ਆਊਗਾ ਜੀ, ਸਹੀ ਆਨਸਰ ਆਊਗਾ। ਡਾਇਰੈਕਟ ਹੀ ਕੁਝ ਕੁ ਕੁਐਸਚਨ ਆਪਾਂ ਨੂੰ ਯਾਦ ਰੱਖਣੇ ਪੈਂਦੇ ਨੇ, ਮਤਲਬ ਰੈਟੀਫਿਕੇਸ਼ਨ ਕਰਨੀ ਪੈਂਦੀ ਹੈ, ਤਾਂ ਧਿਆਨ ਰੱਖਿਓ ਜੀ। ਵਿਚ ਆਫ ਦਾ ਫੋਲੋਇੰਗ ਪ੍ਰੋਵਾਈਡਸ ਮੀਨਸ ਆਫ ਪ੍ਰਿੰਟਿੰਗ ਆਊਟ ਫੀਚਰਸ ਨੋਟਸ ਵਿਦ ਮਿਨੀਏਚਰ ਸਲਾਈਡ ਔਨ ਪ੍ਰਿੰਟਿੰਗ ਪੇਜ, ਤਾਂ ਇਹਦਾ ਵੀ ਤੁਹਾਨੂੰ ਸਿੱਧਾ ਆਨਸਰ ਹੈ ਜਿਹੜਾ ਉਹ ਯਾਦ ਰੱਖਣਾ ਪਊਗਾ, ਆਡੀਅੰਸ ਹੈਂਡ ਆਊਟ। ਕਿਉਂਕਿ ਜੇ ਤੁਸੀਂ ਇਹਨੂੰ ਕਨਸੈਪਚੁਅਲ ਪੜ੍ਹੋਗੇ ਤਾਂ ਤੁਹਾਡਾ ਟਾਈਮ ਵੇਸਟ ਜ਼ਿਆਦਾ ਹੋਊਗਾ, ਠੀਕ ਹੈ। ਅਤੇ ਇਹ ਵੀ ਨਹੀਂ ਪਤਾ ਹੈਗਾ ਵੀ ਪੇਪਰ ਦੇ ਵਿੱਚ ਕੁਐਸਚਨ ਆਵੇ ਵੀ ਜਾਂ ਨਾ ਆਵੇ, ਠੀਕ ਹੈ। ਤਾਂ ਬਸ ਇਹੋ ਜਿਹੇ ਕੁਐਸਚਨ ਜਦੋਂ ਮਿਲਦੇ ਨੇ ਆਪਦੀ ਕਾਪੀ 'ਤੇ ਨੋਟ ਕਰ ਲਿਆ ਕਰੋ ਅਤੇ ਇਹਨਾਂ ਨੂੰ ਪੜ੍ਹਦੇ ਰਿਹਾ ਕਰੋ, ਰਿਵਾਈਜ਼ ਕਰਦੇ ਰਿਹਾ ਕਰੋ ਡਾਇਰੈਕਟ, ਠੀਕ ਹੈ ਜੀ। PhD ਨਾ ਕਰਿਆ ਕਰੋ, ਠੀਕ ਹੈ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ।
ਵਿਚ ਆਫ ਦ ਫੋਲੋਇੰਗ ਇਜ਼ ਕਾਲਡ ਬ੍ਰੇਨ ਆਫ ਕੰਪਿਊਟਰ। ਕੰਪਿਊਟਰ ਦਾ ਜਿਹੜਾ ਦਿਮਾਗ ਆ ਉਹਨੂੰ ਕੀ ਉਹ ਕਿਸ ਨੂੰ ਕਿਹਾ ਜਾਂਦਾ ਜੀ? ਤਾਂ ਤੁਸੀਂ ਕਹੋਗੇ ਜੀ CPU ਨੂੰ ਕਿਹਾ ਜਾਂਦਾ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ। ਹਾਰਡ ਡਿਸਕ ਇੱਥੇ ਪੇਪਰ ਦੇ ਵਿੱਚ ਪਿਆ ਹੈ। ਠੀਕ ਹੈ ਜੀ। ਹਾਰਡ ਡਿਸਕ ਤੁਹਾਨੂੰ ਪਤਾ ਹੀ ਹੈ ਜੀ, ਕੰਪਿਊਟਰ ਦੇ ਵਿੱਚ ਇੱਕ ਵੱਡੀ ਸਾਰੀ ਹੁੰਦੀ ਹੈ। ਠੀਕ ਹੈ ਜੀ। ਉਹ ਮਤਲਬ ਡਾਟਾ ਨੂੰ ਸਟੋਰ ਕਰਨ ਵਾਸਤੇ ਹੁੰਦੀ ਹੈ। ਠੀਕ ਹੈ। ਕੰਪਿਊਟਰ ਦੀਆਂ ਪੇਪਰ 'ਚ ਪੁੱਛ ਲੈਣ ਕਿੰਨੀਆਂ ਜਨਰੇਸ਼ਨਾਂ ਨੇ, ਤਾਂ ਤੁਸੀਂ ਕਹੋਗੇ ਜੀ 5 ਨੇ। ਠੀਕ ਹੈ ਜੀ। ਪਹਿਲੀ ਜਨਰੇਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਯੂਜ਼ ਕੀਤੀਆਂ ਜੀ? ਵੈਕਿਊਮ ਟਿਊਬ। ਦੂਜੀ ਦੇ ਵਿੱਚ ਕੀ ਸੀਗਾ ਜੀ? ਟਰਾਂਜਿਸਟਰਸ ਆ ਗਏ। ਤੀਜੀ ਦੇ ਵਿੱਚ ਕੀ ਆ ਗਿਆ ਜੀ? IC ਚਿਪਸ ਆ ਗਏ। ਪੇਪਰ 'ਚ ਪੁੱਛ ਲੈਣ ਪਹਿਲੀ ਜਨਰੇਸ਼ਨ ਸੀ ਜਿਹੜੀ, ਉਹਦੇ ਵਿੱਚ ਲੈਂਗੁਏਜ ਕਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਸੀ? ਤਾਂ ਮਸ਼ੀਨ ਲੈਂਗੁਏਜ ਯੂਜ਼ ਕੀਤੀ ਜਾਂਦੀ ਸੀ। ਦੂਜੀ ਜਨਰੇਸ਼ਨ ਦੇ ਵਿੱਚ ਕਿਹੜੀ ਲੈਂਗੁਏਜ ਯੂਜ਼ ਕੀਤੀ ਗਈ ਜੀ? ਕਬੋਲ ਅਤੇ ਫੋਰਟਰੈਨ। ਠੀਕ ਹੈ। ਇਹ ਬੱਚਿਓ ਯਾਦ ਰੱਖਿਓ, ਪੇਪਰ ਦੇ ਵਿੱਚ ਪੁੱਛਦਾ ਹੀ ਪੁੱਛਦਾ ਹੈ। ਜਿਹੜੀ ਦੂਜੀ ਕੰਪਿਊਟਰ ਜਨਰੇਸ਼ਨ ਸੀ ਉਹਦੇ ਵਿੱਚ ਕਿਹੜੀਆਂ ਲੈਂਗੁਏਜ ਯੂਜ਼ ਕੀਤੀਆਂ ਗਈਆਂ ਜੀ? ਤਾਂ ਤੁਸੀਂ ਕਹੋਗੇ ਜੀ ਕਬੋਲ ਅਤੇ ਫੋਰਟਰੈਨ। ਹੁਣ ਕਬੋਲ ਅਤੇ ਫੋਰਟਰੈਨ ਦੀ ਗੱਲ ਕੀਤੀ ਹੈ ਤਾਂ ਐਗਜ਼ਾਮੀਨਰ ਹੈ ਜਿਹੜਾ ਉਹ ਫੁੱਲ ਫਾਰਮ ਪੁੱਛ ਲੈਂਦਾ। ਕਬੋਲ ਦੀ ਫੁੱਲ ਫਾਰਮ ਕੀ ਹੈ? ਤਾਂ ਮੈਂ ਬੋਲ ਦਿੰਦਾ, ਤੁਸੀਂ ਲਿਖ ਲਿਓ ਕਾਮਨ। ਠੀਕ ਹੈ ਜੀ। ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ। ਠੀਕ ਹੈ ਜੀ। ਕਬੋਲ ਨੂੰ ਜਿਹੜਾ ਫਾਈਂਡ ਕੀਤਾ, ਇਨਵੈਂਟ ਕੀਤਾ, ਜਾਂ ਆਪਾਂ ਕਹਿ ਦਈਏ ਮਤਲਬ ਬਣਾਇਆ ਕਿਹਨੇ ਬਣਾਇਆ ਜੀ? ਤਾਂ ਤੁਸੀਂ ਕਹੋਗੇ ਜੀ ਗਰੇਸ। ਜਿੰਨੀ ਰਿਵੀਜ਼ਨ ਕਰੋਗੇ, ਕਈ ਬੱਚਿਆਂ ਦੇ ਨਾਮ ਨਹੀਂ ਯਾਦ ਹੁੰਦੇ, ਬਸ ਤੁਸੀਂ ਕੀ ਕਰਨਾ, ਰੋਜ਼ 5-7 ਮਿੰਟ ਲਾਉਣੇ ਨੇ। ਗਰੇਸ ਹੋਪਰਸ। ਠੀਕ ਹੈ। ਅਤੇ ਫੋਰਟਰੇਨ ਦੀ ਫੁੱਲ ਫਾਰਮ ਪੇਪਰ ਦੇ ਵਿੱਚ ਪੁੱਛ ਸਕਦਾ ਹੈ, ਕੀ ਹੈ ਜੀ? ਤਾਂ ਤੁਸੀਂ ਕਹੋਗੇ ਜੀ ਫਾਰਮੂਲਾ ਟਰਾਂਸਲੇਸ਼ਨ। ਫਾਰਮੂਲਾ ਟਰਾਂਸਲੇਸ਼ਨ। ਠੀਕ ਹੈ ਜੀ। ਫੋਰਟਰੇਨ ਨੂੰ ਕਿਹਨੇ ਫਾਈਂਡ ਕੀਤਾ ਜੀ? ਤਾਂ ਤੁਸੀਂ ਕਹੋਗੇ ਜੀ ਜੌਹਨ ਬਰਕਸ। ਜੌਹਨ ਬਰਕਸ, BRUCKS। ਠੀਕ ਹੈ ਜੀ। ਹੋਰ ਸਮਝਾ ਦੇਣਾ ਤੁਹਾਨੂੰ ਮੈਂ। ਹੁਣ ਮੈਂ ਇਨਵੈਂਟਰਾਂ ਦੀ ਗੱਲ ਹੀ ਕਰ ਲੈਣਾ। ਐਪਲ ਕੰਪਿਊਟਰ ਦੇ ਜਿਹੜੇ ਫਾਊਂਡਰ ਸੀ, ਪੇਪਰ ਸਾਰਿਆਂ ਨੂੰ ਪਤਾ ਹੀ ਹੋਊਗਾ ਜੀ, ਸਟੀਵ ਜੌਬਸ। ਠੀਕ ਹੈ। ਮਾਈਕਰੋਸੋਫਟ ਦੇ ਫਾਊਂਡਰ ਕੌਣ ਨੇ ਜੀ? ਬਿਲ ਗੇਟਸ। ਠੀਕ ਹੈ। ਅਤੇ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਵੀ ਸੀਗਾ, ਤਾਂ ਤੁਸੀਂ ਉਹ ਵੀ ਯਾਦ ਰੱਖਣਾ ਹੈ, ਤਾਂ ਪੌਲ ਐਲਨ। ਠੀਕ ਹੈ ਜੀ। ਗੱਲ ਇਹ ਯਾਦ ਰੱਖਣਾ, ਮਾਈਕਰੋਸੋਫਟ ਹੋ ਗਿਆ। ਠੀਕ ਹੈ। ਤੁਹਾਨੂੰ ਪੇਪਰ 'ਚ ਪੁੱਛ ਲੈਣ ਕੀਬੋਰਡ ਦੇ ਇਨਵੈਂਟ ਕਿਹਨੇ ਕੀਤਾ ਕੀਬੋਰਡ? ਤਾਂ ਤੁਸੀਂ ਕਹੋਗੇ ਡਗਲਸ ਅਲੈਂਗਬਰਟ। ਹੋਰ ਕਰਾ ਦਿੰਦਾ ਜੀ। ਜਿਵੇਂ ਤੁਹਾਨੂੰ ਪੁੱਛ ਲਏ ਪੇਪਰ ਦੇ ਵਿੱਚ WWW, 3 W's ਹੁੰਦੀਆਂ ਨੇ, ਵਰਲਡ ਵਾਈਡ ਵੈੱਬ। ਇਹਦੇ ਫਾਊਂਡਰ ਕੌਣ ਨੇ ਜੀ? ਤਾਂ ਟਿਮ ਬਰਨਰ ਲੀ। ਠੀਕ ਹੈ ਜੀ। ਗੱਲ ਹੋਰ ਕਰਾ ਦਿੰਦਾ ਜੀ ਤੁਹਾਨੂੰ ਮੈਂ ਕਿ IC ਚਿਪਸ ਇਹਦੇ ਸੀਗੇ ਜੀ JS ਕਿਲਵੀ। ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਿਓ। ਹੋਰ ਤੁਹਾਨੂੰ ਪੁੱਛ ਸਕਦਾ ਜੀ ਇੰਟਰਨੈਟ ਦੇ ਫਾਊਂਡਰ ਕੌਣ ਸੀ ਜੀ? ਤਾਂ ਤੁਸੀਂ ਕਹੋਗੇ ਜੀ ਵਿੰਟ ਸਰਫ। ਠੀਕ ਹੈ। ਹੋਰ ਦੱਸ ਦੇਣਾ ਤੁਹਾਨੂੰ ਮੈਂ ਜੀ ਈਮੇਲ ਦੇ, ਪਹਿਲਾਂ ਵੀ ਦੱਸ ਚੁੱਕਿਆ, ਰੇ ਟੋਮਿਲਸਨ। ਠੀਕ ਹੈ। ਰੇ ਟੋਮਿਲਸਨ। ਈਮੇਲ ਦੀ ਫੁੱਲ ਫਾਰਮ ਪੇਪਰ 'ਚ ਪੁੱਛ ਲੈਣ ਇਲੈਕਟ੍ਰੋਨਿਕ ਮੇਲ। ਠੀਕ ਹੈ। ਜੇ .com, ਜਿਵੇਂ ਆਪਾਂ ਕਿਸੇ ਵੀ ਚੀਜ਼ ਦੇ ਮਗਰ .com ਲਾਉਣੇ ਨਾ, ਤਾਂ ਪੇਪਰ 'ਚ ਨਾ .com ਦੀ ਫੁੱਲ ਫਾਰਮ ਪੁੱਛ ਲਿਆ। ਇਲੈਕਸ਼ਨ ਕਾਨੂੰਨ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਜੀ। ਤਾਂ ਕੀ ਹੁੰਦੀ ਹੈ ਜੀ? ਕਮਰਸ਼ੀਅਲ ਹੁੰਦੀ ਹੈ। ਠੀਕ ਹੈ ਜੀ। ਗੱਲ ਯਾਦ ਰੱਖਿਓ, ਇੰਪੋਰਟੈਂਟ ਹੈ। ਠੀਕ ਹੈ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਟ ਇਜ਼ ਦ ਨੇਮ ਆਫ ਸੁਪਰ ਕੰਪਿਊਟਰ ਡਿਵੈਲਪਡ ਇਨ ਇੰਡੀਆ? ਪੇਪਰ 'ਚ ਪੁੱਛਿਆ ਹੋਇਆ ਕੁਐਸਚਨ ਹੈ ਜੀ ਕਿ ਕਿਹੜਾ ਇਹਨਾਂ ਵਿੱਚੋਂ ਦੱਸੋ ਕਿਹੜਾ ਸੁਪਰ ਕੰਪਿਊਟਰ ਜਿਹੜਾ ਇੰਡੀਆ ਨੇ ਡਿਵੈਲਪ ਕੀਤਾ। ਤਾਂ ਇਹਦਾ ਯਾਦ ਰੱਖੋਗੇ ਤੁਸੀਂ ਜੀ ਪਰਮ। ਠੀਕ ਹੈ ਜੀ। ਪਰਮ ਸੀਗਾ ਜਿਹੜਾ, ਪਰਮ 8000। ਇਹ ਵੀ ਨਾਲ ਯਾਦ ਰੱਖਣਾ ਜੀ। ਠੀਕ ਹੈ। ਇਹ ਕੁਐਸਚਨ ਇਹਨਾਂ ਨੇ ਸਿੱਧਾ ਬਣਾਤਾ, ਤਾਂ ਤੁਸੀਂ ਬਸ ਉਸ ਹਿਸਾਬ ਨਾਲ ਯਾਦ ਰੱਖਿਓ। ਕਈ ਵਾਰ ਨਾ ਪਰਮ 8000 ਲਿਖ ਦਿੰਦਾ ਨਾਲ, ਤਾਂ ਯਾਦ ਰੱਖਣਾ ਪਹਿਲਾ ਸੁਪਰ ਕੰਪਿਊਟਰ ਭਾਰਤ ਦਾ ਕਿਹੜਾ ਸੀਗਾ ਜੀ? ਪਰਮ 8000 ਸੀ। ਕਿਹਨੇ ਡਿਵੈਲਪ ਕੀਤਾ ਸੀ? ਪੇਪਰ 'ਚ ਅੱਗੇ ਤੁਹਾਨੂੰ ਐਂ ਪੁੱਛ ਸਕਦੇ ਆ, CDEC ਨੇ ਕੀਤਾ ਸੀ। ਇਹ ਵੀ ਪੇਪਰ ਦੇ ਵਿੱਚ ਪੁੱਛ ਲੈਂਦੇ ਆ। ਠੀਕ ਹੈ ਜੀ। ਗੱਲ ਤਾਂ CDEC ਨੇ ਕੀਤਾ ਸੀਗਾ। ਇਹਦੀ ਫੁੱਲ ਫਾਰਮ ਲਿਖ ਲਓ CDEC ਦੀ, ਸੈਂਟਰ ਫੋਰ ਡਿਵੈਲਪਿੰਗ ਆਟੋਮੈਟਿਕ ਕੰਪਿਊਟਰ। ਰਿਪੀਟ ਕਰ ਦੇਣਾ, ਪਹਿਲਾ ਸੁਪਰ ਕੰਪਿਊਟਰ ਭਾਰਤ ਦਾ ਕਿਹੜਾ ਸੀਗਾ ਜੀ? ਪਰਮ 8000। ਕਿਹਨੇ ਡਿਵੈਲਪ ਕੀਤਾ ਜੀ? CDEC ਨੇ। CDEC ਦੀ ਪੇਪਰ ਦੇ ਵਿੱਚ ਫੁੱਲ ਫਾਰਮ ਪੁੱਛ ਸਕਦੇ ਨੇ, ਸੈਂਟਰ ਫੋਰ ਡਿਵੈਲਪਿੰਗ ਆਟੋਮੈਟਿਕ ਕੰਪਿਊਟਰ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਸੁਪਰ ਕੰਪਿਊਟਰ ਬਾਰੇ ਦੱਸ ਦਿੰਦਾ ਜੀ। ਠੀਕ ਹੈ। ਭਾਰਤ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਸੁਪਰ ਕੰਪਿਊਟਰ ਦੇ ਵਿੱਚ ਫ਼ਰਕ ਕੀ ਹੁੰਦਾ ਨੋਰਮਲ ਕੰਪਿਊਟਰ ਦੇ ਨਾਲੋਂ? ਸੁਪਰ ਕੰਪਿਊਟਰ ਹੈ ਜਿਹੜਾ, ਉਹ ਮਿਲੀਅਨਸ ਆਫ ਇੰਸਟਰਕਸ਼ਨਸ ਨੇ ਜਿਹੜੀਆਂ ਉਹ ਸੈਕਿੰਡਸ ਦੇ ਵਿੱਚ ਸੋਲਵ ਕਰ ਦਿੰਦਾ, ਜਿਹੜਾ ਕਿ ਨੋਰਮਲ ਕੰਪਿਊਟਰ ਹੈ ਜਿਹੜਾ ਉਹਨੂੰ ਸਮਾਂ ਲੱਗਦਾ। ਠੀਕ ਹੈ ਜੀ। ਗੱਲ ਤਾਂਹੀਓ ਆਪਾਂ ਸੁਪਰ ਕੰਪਿਊਟਰ ਨੇ ਜਿਹੜੇ ਉਹ ਬਣਾਏ ਨੇ। ਫਾਦਰ ਆਫ ਸੁਪਰ ਕੰਪਿਊਟਰ ਪੇਪਰ ਦੇ ਵਿੱਚ ਪੁੱਛ ਲੈਣ ਕੌਣ ਆਇਆ, ਤਾਂ ਤੁਸੀਂ ਚਾਰਲਸ ਬੇਬਜ਼ ਨਾਲ ਲਾਇਆ ਉਹ। ਠੀਕ ਹੈ। ਚਾਰਲਸ ਬੇਬਜ਼ ਕੀ ਸੀਗਾ? ਨੋਰਮਲ ਕੰਪਿਊਟਰ ਦਾ ਫਾਦਰ ਸੀਗਾ। ਠੀਕ ਹੈ ਜੀ। ਤਾਂ ਫਾਦਰ ਆਫ ਸੁਪਰ ਕੰਪਿਊਟਰ ਕੌਣ ਹੈ ਜੀ? ਸਾਈਮਰ ਕਰੇ।
ठीक है जी गल। तो ध्यान रखियो साइमर क्रेसी फस्ट सुपर कंप्यूटर ऑफ वर्ल्ड पेपर च पूछ लें संसार का पहला सुपर कंप्यूटर कौन सी केड़ा सीगा जी CDC 6600 सीगा। भारत का पहला सुपर कंप्यूटर केड़ा सीगा जी मैं तुहानूं दस चुकिया परम 8000। CDEC नूं CDC दे नाल कन्फ्यूज़ ना कर जे, ये भी गल याद रखियो ठीक है। होर दस देना तुहानूं मैं भारत का पहला कमर्शियल कंप्यूटर मतलब वपारक तौर पर जो कंप्यूटर से किहड़ा सी, तो तुसीं कहोगे जी यूनीवैक, जिहड़ा कि किहड़ी जनरेशन तो बिलोंग करता सी, फस्ट जनरेशन तो। यूनीवैक की पेपर च फुल फॉर्म पूछ लेंदे है यूनीवर्सल आटोमैटिक कंप्यूटर ठीक है जी। पेपर च पूछ लेंगे पहला इलैक्ट्रॉनिक कंप्यूटर किहड़ा सी, तो तुसीं कहोगे जी इनैक। फर्क है जी चीज़ों के विच तां मिनी ट्रिक दे नाल की है जी ये बनाए हुए ने। ध्यान रखियो मैं तुहानूं 5-7 गल्लां दसियां ने, सारियां रिपीट कर देना। देखो जी ध्यान दे नाल पेपर तुहानूं पुछ लेना पहला सुपर कंप्यूटर वर्ल्ड का, तो तुसीं कहोगे जी CDC 6600 क्लीयर है। फस्ट सुपर कंप्यूटर ऑफ इंडिया, तो तुसीं कहोगे जी परम 8000 ठीक है। पेपर च पूछ लेना फादर ऑफ सुपर कंप्यूटर कौन ने जी, तो तुसीं कहोगे साइमर करे ठीक है। पेपर च पूछ लेना फादर ऑफ कंप्यूटर, तो तुसीं कहोगे चार्लस बेबेज ठीक है जी गल। तो इन्नी गल चलते हैं जी नैक्सट क्वेश्चन वाल, ध्यान नाल पढ़ लिओ। वट इज़ द फुल फॉर्म ऑफ VOLTE ठीक है। अपने फोन के उत्ते की है जी जो तुसीं चलाउणे ना 4G नैटवर्क के नाल कि एक आह आई जाता होंदा आपां जो जा सैटिंग्स करते हैं तो उत्थे भी ऑप्शन मिलती है। तो यदी फुल फॉर्म पेपर पूछ ली सी जी, तो यदा जिहड़ा सही आंसर आऊगा जी वो वॉइस ओवर लॉन्ग टर्म एवोल्यूशन। वॉइस ओवर लॉन्ग टर्म एवोल्यूशन वो माड़ी ना डिफरेंस के नाल जिहड़ी ऑप्शनस बनाउंदा गा ते बच्चा कन्फ्यूज़ हो जाता एग्जाम के विच जाके। सो प्लीज़ लिख के प्रैक्टिस करा करो 5-7 मिनट ठीक है। तो यह सीधा क्वेश्चन सीगा, बस तुसीं सीधा ही याद रखना है ठीक है। चलते हैं नैक्सट क्वेश्चन वाल जी। विच ऑफ द फॉलोइंग वायरलैस टैक्नोलॉजी कैन सपोर्ट डाउनलोड स्पीड ऑफ मोर दैन 100 Mbps। जी स्पीड है जी डाउनलोडिंग स्पीड है जी ठीक है वो 100 Mbps तो भी ज़्यादा होंगी है। तो किहड़े नैटवर्क च होंदी है, तो तुसीं कहोगे जी 4G नैटवर्क के विच होंदी है जी। थोड़ा जिहा मैं समझा देना, देखो जी एक हुंदा लैन, एक हुंदा जी मैन, एक हुंदा जी बैन ठीक है। लैन की हुंदा जी लोकल एरिया नैटवर्क हुंदा है, मैन की हुंदा जी मैट्रोपोलीटन एरिया नैटवर्क हुंदा है, वैन की हुंदा जी वाइड एरिया नैटवर्क हुंदा है, एक हुंदा जी पैन, ये भी तुसीं याद रखना जिन्होंने असीं की कहने जी प्राइवेट एरिया नैटवर्क। जिहड़ी कि मतलब ब्लूटूथ है ना वो पैन की एग्जाम्पल है। प्राइवेट भी कहते कई बार ना परसनल एरिया नैटवर्क कहते हैं ठीक है जी गल। तो चलते हैं नैक्सट क्वेश्चन वाल। विच ऑफ द फॉलोइंग इज़ नॉट फीचर ऑफ ब्लूटूथ। कहना हेठ लिखिया विचों किहड़ा जिहड़ा ब्लूटूथ का फीचर है जिहड़ा नहीं हैगा। चलो चैक करते हैं आप ब्लूटूथ सारिਆਂ ने छोटे फोनों के चलाई हुई है ਜਾਂ ਹੁਣ भी ਵੱਡੇ फोनों के चलाने हैं तो किमें काम करती है। इन्हें की पूछा भी नॉट जी कि विशेषता नहीं हैगी ब्लूटूथ की। पहली गल तो तुहानूं ब्लूटूथ के जो क्वेश्चन ही आ गया तो पहला तुहानूं ये पता होना चाहिए ब्लूटूथ के जोड़े फाउंडर ने कौन ने, तो तुसीं कहोगे जी एरिक्सन ठीक है जी गल। हुण आपां ऑप्शनां पढ़ते हैं तो वो नाल ही एलिमीनेट करते हैं। ब्लूटूथ इज यूजड फॉर शॉर्ट डिस्टेंस एक्सचेंज बिटवीन डिवाइसिस। बिल्कुल सही गल है जी। ये ब्लूटूथ है जिहड़ा एक आपां कहने ना भी मतलब ब्लूटूथ जो ऑन करके कोई भी आपां गाना वगैरह अपने दूजे फोन च भेजते हैं तो आपां बंदे दोनों नूं नेड़े नेड़े खड़ना पैंदा तां जो गाना जिहड़ा वो छेती भेजा जा सके ठीक है जी। तां कनैक्शन ही छेती मतलब तेज़ बनता है जे मतलब जे दोनों डिवाइसिस ने जिहड़ियां वो क्लोज नहीं ठीक है जी गल। ब्लूटूथ यूजज रेडियो वेव्स। बिल्कुल जी रेडियो वेव्स यूज़ करता है, पेपर च पूछा जा सकता है ब्लूटूथ के विच किहड़ियां वेव्स यूज़ होंदियां ने, तो रेडियो वेव्स जिहड़ियां वो यूज़ होंदियां ने। ब्लूटूथ इज़ वैन टाइप ऑफ नैटवर्क। नहीं जी ये ऑप्शन गलत है, वैन नैटवर्क नहीं यूज़ होंदा। किहड़ा हुंदा हैगा पैन यूज़ होंदा। मैं तुहानूं समझा चुका जी किहड़ा प्राइवेट एरिया नैटवर्क है जिहड़ा ब्लूटूथ के विच यूज़ होंदा है। तो इन्हें नॉट पूछा सी तो जिहड़ा सी आंसर अपना सही आ जाऊगा। तो चलते हैं नैक्सट क्वेश्चन वाल। विच ऑफ द फॉलोइंग इज़ नॉट आ नैटवर्क डिवाइस। हेठ लिखिया विच दसो किहड़ी नैटवर्क डिवाइस है जिहड़ी नहीं हैगी। तो आप चैक करते हैं RJ45 बिल्कुल हैगी है जी। राउटर्स बिल्कुल है जी। मॉडम है जिहड़ा वो भी बिल्कुल है। तो मैक एड्रैस है जिहड़ा वो नैटवर्क डिवाइस नहीं हैगी। मैक की पेपर के विच पुछ लैण की फुल फॉर्म है, तो तुसीं कहोगे जी मीडिया एक्सैस कंट्रोल ठीक है जी गल। मॉडम की पेपर के विच फुल फॉर्म पुछ लैण जी मॉडूलेटर डी मॉडूलेटर ठीक है जी गल। ये गल तुसीं याद रखनी है ठीक है जी। इन्नी गल बस ये बारे काफ़ी आ। वट इज़ द फुल फॉर्म ऑफ CD-ROM।
सी डी रोम की फुल फॉर्म पूछी है जी कंपैक्ट डिस्क रीड ओनली मैमरी की फुल फॉर्म है जी, तो बी ऑप्शन ही आ जाऊगा मेरे हिसाब नाल। हाँ जी बिल्कुल बी ऑप्शन है जो सही आंसर आऊगा सी डी रोम। ठीक है जी, तुहानूं मैं समझा देना थोड़ा जिहा। रैम हुंदा जी, एक हुंदा रोम। रैम की फुल फॉर्म पेपर च पुछ लैण, रैंडम एक्सैस मैमरी। रोम की की हुंदी है जी रीड ओनली मैमरी। आपां सिर्फ क्वेश्चन टू क्वेश्चन टारगेट करांगे, मैं थ्योरी भी उही दसदा ना भी जिहड़ी पेपर दे विच तुहानूं आवे। ठीक है जी, गल किते डीप ना पढ़ी जाओ। रैम है जिहड़ी दो तरह की हुंदी है, एस रैम हुंदी है, एक किहड़ी हुंदी है जी डी रैम हुंदी है। ठीक है जी, एस रैम की कहंदे जी स्टैटिक रैंडम एक्सैस मैमरी। डी रैम किहड़ी हुंदी है जी डायनामिक रैंडम एक्सैस मैमरी। ठीक है जी, एस रैम ਨੂੰ ਰੀਫਰੈਸ਼ ਕਰਨ ਦੀ ਲੋੜ ਪੈਂਦੀ ਹੈ ਜਾਂ ਨਹੀਂ, ਪੇਪਰ 'ਚ ਕੁਐਸਚਨ ਬਣਾ ਸਕਦੇ ਆ। ਇਟ ਨੀਡਸ ਨੋਟ ਰਿਫਰੈਸ਼, ਇਹਨੂੰ ਰਿਫਰੈਸ਼ ਕਰਨ ਦੀ ਲੋੜ ਨਹੀਂ ਪੈਂਦੀ। ਕਿਹਨੂੰ ਜੀ ਐਸ ਰੈਮ ਨੂੰ। ਡੀ ਰੈਮ ਨੂੰ ਪੇਪਰ 'ਚ ਪੁੱਛ ਲੈਣਾ ਰਿਫਰੈਸ਼ ਕਰਨ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਕਹੋਗੇ ਜੀ ਇਟ ਨੀਡਸ ਰਿਫਰੈਸ਼, ਮਤਲਬ ਇਹਨੂੰ ਰਿਫਰੈਸ਼ ਕਰਨ ਦੀ ਜ਼ਰੂਰਤ ਪੈਂਦੀ ਹੈ ਕੰਟੀਨਿਊਸਲੀ। ਠੀਕ ਹੈ ਜੀ, ਗੱਲ ਇਹ ਗੱਲ ਤੁਸੀਂ ਯਾਦ ਰੱਖੋਗੇ। ਠੀਕ ਹੈ, ਹੋਰ ਸਮਝਾ ਦਿੰਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ। ਮੇਰੀ ਗੱਲ ਯਾਦ ਆਈ ਸੀ ਇੱਕ ਹੁੰਦੀ ਹੈ ਜੀ ਆਪਣੀ ਮੈਗਨੈਟਿਕ ਡਿਸਕ,